स्वागत है जी पंजाब हरियाणा हिमाचल वेख रहे हो तुसी तुहाडे नाल मैं रुचि यादव ते गल लुधियाना डकैती कांड दी जिस दियां चर्चावां सिर्फ लुधियाना ही नहीं बल्कि पूरे पंजाब च हो रही है। सवाल कई ने करोड़ां दी डकैती दा आखिर साजिशकार कौन है ते किवें सॉल्व होई 8 करोड़ दी डकैती दी मिस्ट्री। तां इह सारे तुहाडे सवालां दे जवाब मिलणगे साडी इस खास पेशकश लुधियाना ईस्ट च। करोड़ तो वध दी चोरी लुधियाना डकैती कांड। सवाल 10 जून दी सवेर दी सुर्खियां चाहे इस कांड ने सब नू हैरान करके रख दिता, पर आखिर उस दिन होया कि इस रिपोर्ट राही जानांगे। तारीख 10 जून, दिन शनिवार, सवेरे 2:30 बजे। सुनसान रात, आराम दी नींद सो रहा लुधियाना। दिन भर दी थकान हेठ सुपनियां दी दुनिया च गुम होया लुधियाना। पर अजिही समय किस नूं पता सी कि कोई अमीरियत दी चाह च वड्डी वारदात नूं अंजाम देण लई घात लाई बैठा है। अजिही वारदात जिसने अगले ही दिन पूरे लुधियाना नूं हिला के रख दिता। अजिही वारदात जिसने सन्नती शहर च सहम दा माहौल पैदा कर दिता। अजिही वारदात जिसने सिर्फ लुधियाना ही नहीं बल्कि पंजाब च सब नूं चौंका के रख दिता अते सोची पा दिता कि वाकई ये होया। हालांकि सब साफ 10 जून दी चढ़दी सवेर 7 बजे होया, जदों सब पासे चर्चा होने लगी कि करोड़ां रुपए दी कैश वैन लुटी गई। महिला सने 9 तो 10 नकाबपोश लुटेरे आए ਅਤੇ ਬੰਦੂਕ ਦੀ ਨੋਕ ਉੱਤੇ ਸੀਐਮਐਸ ਕੰਪਨੀ ਦੇ ਮੁਲਾਜ਼ਮ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਬੰਦੀ ਬਣਾਇਆ ਅਤੇ ਕੈਸ਼ਮੈਨ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। 9 ਜੂਨ ਦੇਰ ਰਾਤ ਲੁਧਿਆਣਾ ਦੇ ਰਾਜਗੁਰੂ ਨਗਰ ਸਥਿਤ ਸੀਐਮਐਸ ਕੰਪਨੀ ਤੋਂ 10 ਲੁਟੇਰਿਆਂ ਵੱਲੋਂ 8 ਕਰੋੜ 49 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ। ਤੁਹਾਨੂੰ ਦੱਸ ਦਈਏ ਕਿ 10 ਲੁਟੇਰੇ ਸੀਗੇ ਜਿਨ੍ਹਾਂ ਵੱਲੋਂ 2 ਜਿਹੜੇ ਮੋਡਿਊਲ ਬਣਾਏ ਗਏ ਸੀਗੇ। ਤੁਹਾਨੂੰ ਦੱਸ ਦਿੰਦੇ ਕਿ ਇਸ ਪੂਰੇ ਵਾਰਦਾਤ ਦੇ ਪਿੱਛੇ 2 ਮਾਸਟਰਮਾਈਂਡ ਸੀਗੇ, ਮਨਦੀਪ ਕੌਰ ਉਰਫ ਡਾਕੂ ਹਸੀਨਾ ਤੇ ਦੂਜੇ ਪਾਸੇ ਮਨਜਿੰਦਰ ਸਿੰਘ ਉਰਫ ਮਨੀ। 2 ਮੋਡਿਊਲ ਦਾ ਇਸਤੇਮਾਲ ਕੀਤਾ ਗਿਆ ਸੀਗਾ। ਐਂਟਰ ਕਿਸ ਤਰ੍ਹਾਂ ਹੁੰਦੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਅਸੀਂ ਕਿ ਜਿਹੜੀ ਡਾਕੂ ਹਸੀਨਾ ਸੀ ਉਰਫ ਮਨਦੀਪ ਕੌਰ ਉਹ ਆਪਣੇ 4 ਸਾਥੀਆਂ ਨਾਲ ਸਵਿਫਟ ਗੱਡੀ ਵਿੱਚ ਬੈਠ ਕੇ ਜਿਹੜਾ ਇੱਥੇ ਪਹੁੰਚਦੀ ਆ। ਦੂਜੇ ਪਾਸੇ ਮਨਜਿੰਦਰ ਸਿੰਘ ਉਰਫ ਮਨੀ ਜੋ ਕਿ ਸੀਐਮਐਸ ਕੰਪਨੀ ਵਿੱਚ ਕੰਮ ਕਰਦਾ, ਉਹ 2 ਮੋਟਰਸਾਈਕਲ ਵਿੱਚ ਜਿਹੜੇ ਆਪਣੇ ਸਾਥੀ ਸਮੇਤ ਅੰਦਰ ਪਹੁੰਚਦੇ। ਪਹਿਲਾਂ ਤੁਹਾਨੂੰ ਤਸਵੀਰਾਂ ਵਿਖਾਉਂਦੇ ਉਸੇ ਜਗ੍ਹਾ ਦੀ ਜਿੱਥੇ ਸਾਰੀ ਲੁੱਟ ਦੀ ਵਾਰਦਾਤ ਵਾਪਰੀ ਸੀਗੀ। ਸੀਐਮਐਸ ਕੰਪਨੀ ਹੈ ਜਿੱਥੇ ਜਦੋਂ 10 ਜਿਹੜੇ ਲੁਟੇਰੇ ਸੀਗੇ ਅੰਦਰ ਦਾਖਲ ਹੁੰਦੇ ਆ ਸਵਿਫਟ ਗੱਡੀ ਤੇ ਮੋਟਰਸਾਈਕਲ ਦੇ ਵਿੱਚ, ਜਿਹੜੇ ਅੰਦਰ ਸੁਰੱਖਿਆ ਕਰਮੀ ਸੀਗੇ ਉਹਨਾਂ ਦੀ ਅੱਖਾਂ ਤੇ ਮਿਰਚਾਂ ਪਾ ਕੇ ਪੱਟੀ ਬੰਨ ਕੇ ਤੇ ਉਹਨਾਂ ਦੇ ਹਥਿਆਰ ਖੋਹ ਕੇ ਉਹਨਾਂ ਨੂੰ ਬੰਦੀ ਬਣਾ ਕੇ ਇਸ ਪੂਰੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ। ਤੁਹਾਨੂੰ ਦੱਸ ਦਿੰਦੇ ਕਿ ਜਿਹੜਾ ਮਨਜਿੰਦਰ ਸਿੰਘ ਸੀਗਾ ਉਰਫ ਮਨੀ ਜੋ ਪਿਛਲੇ 4 ਸਾਲ ਤੋਂ ਸੀਐਮਐਸ ਕੰਪਨੀ ਦੇ ਅੰਦਰ ਕੰਮ ਕਰਦਾ ਸੀਗਾ, ਉਸ ਨੂੰ ਸਾਰਾ ਪਤਾ ਸੀਗਾ ਕਿੱਥੇ ਕਿੱਥੇ ਸਾਇਰਨ ਲੱਗੇ ਹੋਏ ਆ, ਕਿੱਥੇ ਕਿੱਥੇ ਸਾਰੇ ਸੁਰੱਖਿਆ ਦੇ ਇੰਤਜ਼ਾਮ ਸੀਗੇ, ਉਹ ਸਾਰਾ ਕੱਟ ਦਿੰਦਾ ਹੈਗਾ। ਜਿਸ ਤੋਂ ਬਾਅਦ ਇਸ ਪੂਰੀ ਲੁੱਟ ਦੀ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਜਾਂਦਾ ਸੀਗਾ ਤੇ ਕਿਤੇ ਨਾ ਕਿਤੇ ਕਹਿ ਸਕਦੇ ਆ ਵੱਡੀ 8 ਕਰੋੜ 49 ਲੱਖ ਦੀ ਲੁੱਟ ਦੀ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਸੀਗਾ। ਜਿਸ ਤੋਂ ਬਾਅਦ ਇੱਥੋਂ ਸੀਐਮਐਸ ਜਿਹੜੀ ਕੈਸ਼ ਵੈਨ ਹੈਗੀ ਆ ਉਹ ਵੀ ਜਿਹੜੀ ਆ ਲੁੱਟ ਕੇ ਭੱਜ ਜਾਂਦੇ ਤੇ ਦੂਜੇ ਪਾਸੇ ਕੈਸ਼ ਜਿਹੜਾ ਲੁੱਟ ਕੇ ਭੱਜ ਜਾਂਦੇ ਹੈਗੇ ਆ। ਹਾਲਾਂਕਿ ਸਾਰੀ ਘਟਨਾ ਪੂਰੀ ਪਲਾਨਿੰਗ ਨਾਲ ਅਤੇ ਪੂਰੀ ਤਫਸੀਲ ਨਾਲ ਫਿਲਮੀ ਅੰਦਾਜ਼ 'ਚ ਹੋਈ। ਹਰ ਪਹਿਲੂ ਤੋਂ ਲੁਟੇਰਿਆਂ ਨੇ ਖਾਸ ਧਿਆਨ ਰੱਖਿਆ। ਸ਼ੁਰੂਆਤੀ ਜਾਂਚ ਤਾਂ ਸਾਹਮਣੇ ਆਇਆ ਕਿ ਲੁੱਟ 7 ਕਰੋੜ ਦੀ ਹੈ, ਪਰ ਬਾਅਦ 'ਚ ਕੜੀ ਦਰ ਕੜੀ ਜੁੜੀ ਤਾਂ ਖੁਲਾਸੇ ਤੇ ਖੁਲਾਸੇ ਹੋਏ ਅਤੇ ਪਤਾ ਲੱਗਿਆ ਕਿ ਲੁੱਟ 8.5 ਕਰੋੜ ਰੁਪਏ ਦੀ ਹੋਈ ਹੈ। ਪਹਿਲੇ ਟਾਈਮ ਸਵੇਰੇ ਜਦੋਂ ਵਾਰਦਾਤ ਹੋਈ ਸੀ ਉਦੋਂ ਤੁਹਾਨੂੰ ਕਨਵੇ ਕੀਤਾ ਗਿਆ ਸੀ ਕਿ 7 ਕਰੋੜ ਦੀ ਵਾਰਦਾਤ ਹੋਈ ਹੈ। ਉਸ ਤੋਂ ਬਾਅਦ ਕੰਪਨੀ ਵੱਲੋਂ ਇੱਕ ਵਾਰ ਜੇ ਚੁੱਪ ਦਾ ਦਾਨ ਬਖਸ਼ੋਗੇ ਫਿਰ ਕੰਪਨੀ ਵੱਲੋਂ ਤੁਹਾਨੂੰ ਉਹਦੇ ਬਾਅਦ ਸਾਨੂੰ ਦੱਸਿਆ ਗਿਆ ਕਿ 8 ਕਰੋੜ 49 ਲੱਖ ਦੀ ਜਿਹੜੀ ਵਾਰਦਾਤ ਹੋਈ ਹੈ। ਪਰ ਹੁਣ ਸਭ ਦੇ ਮਨ 'ਚ ਸਵਾਲ ਇਹ ਹੋਵੇਗਾ
ਕਿ ਆਖਿਰਕਾਰ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਕਿਵੇਂ ਦਿੱਤਾ ਗਿਆ, ਕਿਵੇਂ ਪੂਰੇ ਤਰੀਕੇ ਨਾਲ ਪਲਾਨਿੰਗ ਕੀਤੀ ਗਈ ਅਤੇ ਆਖਿਰ ਕੌਣ ਹੈ ਲੁੱਟਕਾਂਡ ਦੀ ਮਾਸਟਰਮਾਈਂਡ ਡਾਕੂ ਹਸੀਨਾ। ਆਖਿਰਕਾਰ ਲੁੱਟ ਦੀ ਪੂਰੀ ਹਿਸਟਰੀ ਤੋਂ ਲੈ ਕੇ ਸੋਲਵ ਹੋਈ ਮਿਸਟਰੀ ਕੀ ਹੈ। ਸਬਰ ਰੱਖੋ, ਵੇਟ ਕਰੋ। तमाम इस सवालों के जवाब आज साडी इस खास पेशकश च देवांगे, साडी इस खास रिपोर्ट द लुधियाना हाइस्ट। ते लुधियाना हाइस्ट पंजाबी च मतलब लुधियाना डकैती। 10 जून की सवेर ने सिर्फ पंजाब नूं ही नहीं हिला के रखा, बल्कि पंजाब पुलिस नूं भी हत्थां पैरां दी पा दित्ती। ते बिना देरी कीते सुराग ते अहम पहलुआं ते जांच च जुटी पुलिस ने ना सिर्फ पता लाया कि लुट च कौन कौन इन्वॉल्व सी, बल्कि 100 घंटिया दे अंदर अद्धा केस सॉल्व भी कीता। कौन कौन सी लुट इन्वॉल्व, 100 घंटे केस सॉल्व। पुलिस ने सुलझाई मिस्ट्री, मुलजमा दी खुली पूरी हिस्ट्री। करोड़ां दी लुट हुई तां तुरंत 10 जून तो तैश आई पुलिस मौका वारदात ते पहुंची। हर थां हर चीज दा मुआयना किया गया, पुछ पड़ताल भी हुई अते जांच अते सवाल भी हुए, वो भी अपने तरीके नाल। अते सारे सवालों विचाले सब तो अहम अते वड्डा सवाल सी कि आखिरकार वारदात नूं अंजाम किवें दिता गया, जिस नूं लैके शुरुआत च पूरी लुधियाना हाइस्ट नूं सॉल्व करने लई पुलिस दी अख अते शक दो चीज़ां ते सी। एक कंपनी ते लगे CCTV तां दूजा फ्लिकर जो कि कैश वैन च चलदा पिया सी, क्योंकि फ्लिकर बारे सिर्फ कैश वैन दा ड्राइवर ही जानकार हुंदा है। अते इस दी गंभीरता नाल जदों जांच की गई तां अहम अते वड्डे खुलासे अते सुराग मिले। उस तो बाद पुलिस नूं पहली कामयाबी हासिल हुई, जिस दी जानकारी 14 जून नूं चढ़दी सवेर तो सूबे दे चीफ मिनिस्टर अते महानायक DGP ने दी। CM भगवंत मान ने दस्सिया कि लुधियाना कैश वैन डकैती च पुलिस नूं बहुत वड्डी सफलता मिली है अते लुधियाना पुलिस कमिश्नर ने लुट दी पूरी कहानी बयान की। पहले टाइम सवेरे जो वारदात हुई सी उदों तुहानूं कन्वे कीता गया सी कि 7 करोड़ की वारदात हुई है। उस तो बाद कंपनी वालों एक बार जे चुप का दान बख्शो, फिर कंपनी वालों तुहानूं ਉਹਦੇ बाद सानूं दस्सिया गया कि 8 करोड़ 49 लाख की जिहड़ी वारदात हुई है। हालांकि लुट की पूरी कहानी बयान जिवें जिवें कमिश्नर साहब ने की तां अहम अते वड्डे खुलासे होए अते उस वेले ही सब तो वड्डा सवाल लुट दा कौन मास्टरमाइंड दा भी जवाब मिलिया। पुलिस ने दस्सिया कि लुट दे 2 मास्टरमाइंड सी, पहली मनदीप कौर उर्फ मोना अते दूजा मनजिंदर मणि जो 4 साल तो CMS कंपनी दा ही मुलाजम सी, जिन्हां ने 8 होर मुलजमां नूं अमीर बनाउण दा सपना विखाया अते वारदात नूं अंजाम दिता गया। ਇਹਦੇ ਚ ਮੁੱਖ ਤੌਰ ਤੇ 2 ਸੂਤਰਧਾਰ ਸੀ, ਇੱਕ ਮਨਦੀਪ ਕੌਰ ਲੜਕੀ, ਇੱਕ ਮਨਜਿੰਦਰ ਮਣੀ। ਮਨਜਿੰਦਰ ਮਣੀ ਪਿਛਲੇ 4 ਸਾਲਾਂ ਤੋਂ ਇਸ ਕੰਪਨੀ CMS ਕੰਪਨੀ ਦਾ 4 साल ਤੋਂ EMPLOYE ਸੀਗਾ। हालांकि मास्टरमाइंड डाकू हसीना ने 9 पार्टनर्स जरूर नाल मिला के इस वारदात नूं अंजाम दिता, पर पुलिस ने कड़ी नाल कड़ी अते सुराग नाल सुराग जोड़े अते डाकू हसीना दे 6 नगीने भी काबू किए गए। एक डाकू हसीना ते 9 मैंबर ਇਹਦੇ ਵਿੱਚ ਜਿਹੜੀ ਇਸ ਕੇਸ ਦੇ ਵਿੱਚ ਇੱਕ ਡਾਕੂ ਸੁੰਦਰੀ ਤੇ ਉਹਦੇ ਨਾਲ ਜਿਹਦਾ ਮਨਦੀਪ ਕੌਰ ਨਾਂ ਆ ਤੇ ਉਹਦੇ ਨਾਲ 9 ਮੈਂਬਰ CMS ਕੰਪਨੀ ਦੇ ਵਿੱਚ ਟੋਟਲ 5 ਜਾਣੇ, ਇੱਕ ਸੁਰੱਖਿਆ ਕਰਮਚਾਰੀ ਐਕਸਟਰਾ, 2 ਸਿਕਿਉਰਿਟੀ ਗਾਰਡ ਤੇ 2 ਕੈਸ਼ ਗਿਣਨ ਵਾਲੇ ਤੇ ਇਹਦੇ ਵਿੱਚ ਕਰੋੜਾਂ ਰੁਪਇਆ ਉਹਦੇ ਚ ਇਨਵੋਲਵ ਸੀ। पुलिस ने डिटेल्ड जानकारी दी कि काबू किए गए मुलजमां दे कब्जे चो उन्हां दे इशारे ते 5 करोड़ 700 रुपए दी नगदी, CMS कंपनी दी कार, जुर्म च वरती गई कार, 3 राइफलां, 12 बोर, तेजदार हथियार,
ਹਾਈਡ੍ਰੋਲਿਕ ਪੌੜੀ, ਨੀਲਾ ਬੈਗ ਬਰਾਮਦ ਕੀਤਾ ਗਿਆ ਅਤੇ ਉਸ ਨੀਲੇ ਬੈਗ 'ਚੋਂ ਹਥੌੜਾ, ਚੀਨੀ, ਪਲੇਅਰ, ਪੇਚ, ਕਰਾਂਦੀ ਸਮੇਤ ਹੋਰ ਸੰਦ ਵੀ ਬਰਾਮਦ ਕੀਤੇ ਗਏ। ਹਾਲਾਂਕਿ ਸਭ ਤੋਂ ਅਹਿਮ ਸੀ ਰਿਕਵਰੀ। 14 ਜੂਨ ਤੱਕ ਕਿਸ ਤੋਂ ਕਿੰਨੀ ਰਿਕਵਰੀ ਹੋਈ, ਜਿਸ ਬਾਰੇ ਵੀ ਪੂਰੇ ਵਿਸਥਾਰ ਨਾਲ ਦੱਸਿਆ ਗਿਆ। ਮਨਜਿੰਦਰ ਸਿੰਘ ਮਣੀ ਦੇ ਕਬਜ਼ੇ 'ਚੋਂ 1 ਕਰੋੜ ਦੀ ਨਕਦੀ, ਮਨਦੀਪ ਸਿੰਘ ਉਰਫ ਵਿੱਕੀ ਦੇ ਕਬਜ਼ੇ 'ਚੋਂ 50 ਲੱਖ ਰੁਪਏ ਦੀ ਨਕਦੀ, ਹਰਵਿੰਦਰ ਸਿੰਘ ਲੰਬੀ ਦੇ ਕਬਜ਼ੇ 'ਚੋਂ 75 ਲੱਖ ਦੀ ਨਕਦੀ ਸਮੇਤ ਤੇਜ਼ਦਾਰ ਹਥਿਆਰ ਬਰਾਮਦ ਕੀਤਾ ਗਿਆ, ਜਦਕਿ ਪਰਮਜੀਤ ਸਿੰਘ ਉਰਫ ਪੰਮਾ ਦੇ ਕਬਜ਼ੇ 'ਚੋਂ 25 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਹਰਪ੍ਰੀਤ ਸਿੰਘ ਦੇ ਕਬਜ਼ੇ 'ਚੋਂ 25 ਲੱਖ ਰੁਪਏ ਦੀ ਨਕਦੀ ਦੇ ਨਾਲ ਕੋਚ ਦੇ ਘਰ ਨੇੜੇ ਖੜੀ ਕਰੂਜ਼ ਗੱਡੀ, ਜਿਸ 'ਚ ਕਰੀਬ 2 ਕਰੋੜ 25 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ ਅਤੇ ਕੁੱਲ ਮਿਲਾ ਕੇ ਉਸ ਵੇਲੇ 5 ਕਰੋੜ 700 ਰੁਪਏ ਬਰਾਮਦ ਕੀਤੇ ਗਏ। ਤਾਂ ਲੁਧਿਆਣਾ ਡਕੈਤੀ ਦੀ ਅੱਧੀ ਤੋਂ ਵੱਧ ਕੜੀ ਤਾਂ 14 ਜੂਨ ਨੂੰ ਹੀ ਸੋਲਵ ਕਰ ਲਈ ਗਈ ਅਤੇ ਮਾਸਟਰਮਾਈਂਡ ਦਾ ਵੀ ਪਤਾ ਲਾਇਆ ਗਿਆ। ਪਰ ਸਵਾਲ ਸੀ ਕਿ ਆਖਿਰਕਾਰ ਐਗਜ਼ੀਕਿਊਟ ਤੋਂ ਐਸਕੇਪ ਕਿਵੇਂ ਹੋਇਆ। ਸਵਾਲ ਸੀ ਕਿ ਪੈਸਿਆਂ ਨੂੰ ਕਿਵੇਂ ਲੁਕੋਇਆ ਗਿਆ। ਤਾਂ ਇਸ ਸਾਰੇ ਸਵਾਲਾਂ ਦੇ ਜਵਾਬ ਨੈਕਸਟ ਰਿਪੋਰਟ 'ਚ ਦੇਵਾਂਗੇ। ਤੇ ਕਿਹਾ ਜਾਂਦਾ ਹੈ ਕੋਈ ਵੀ ਵਾਰਦਾਤ, ਕਤਲ ਜਾਂ ਚੋਰੀ ਜਾਂ ਡਕੈਤੀ ਵਰਗੀ ਵਾਰਦਾਤ ਨੂੰ ਪੂਰੇ ਅੰਜਾਮ ਤੱਕ ਪਹੁੰਚਾਉਣ ਦੇ ਲਈ ਪੂਰਾ ਪਲਾਨ ਤਿਆਰ ਕੀਤਾ ਜਾਂਦਾ ਹੈ। ਐਗਜ਼ੀਕਿਊਟ ਟੂ ਐਸਕੇਪ ਕਿਵੇਂ ਹੋਣਾ, ਕਿਵੇਂ ਲੁੱਟ ਨੂੰ ਅੰਜਾਮ ਦੇਣਾ ਜਾਂ ਹੋਰ ਕੀ ਲੂਪ ਹੋਲ ਹੋਣਾ। ਇਸ ਵਾਰ ਲੁਧਿਆਣਾ ਹਾਈਸਟ 'ਚ ਵੀ ਇਹੀ ਹੋਇਆ। 5 ਮਹੀਨੇ ਪਹਿਲਾਂ ਤੋਂ ਹੀ ਸ਼ੁੱਕਰਵਾਰ ਰਾਤ ਅਤੇ ਸ਼ਨੀਵਾਰ ਦੀ ਸਵੇਰ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਹੋਈ। ਕਿਵੇਂ ਵਾਪਰੀ ਲੁੱਟ ਦੀ ਵਾਰਦਾਤ, ਕਿੱਥੇ ਕਿੱਥੇ ਲਾਈ ਸੀ ਲੁਟੇਰਿਆਂ ਨੇ ਘਾਤ, ਕਦੋਂ ਤੋਂ ਹੋ ਰਹੀ ਸੀ ਲੁੱਟ ਦੀ ਪਲੈਨਿੰਗ, ਟ੍ਰੈਪ ਲਾ ਕੇ ਕਿਵੇਂ ਫੜੇ ਗਏ ਸਾਜ਼ਿਸ਼ਕਾਰ। ਫਲਿੱਕਰ ਨੇ ਦੱਸਿਆ ਕੌਣ ਸੀ ਅਸਲ ਰਾਜ਼ਦਾਰ। सौ घंटे अंदर जो कहा पुलिस ने करके विखाया। जी हां, इस पूरी मिस्ट्री नु सुलझाउण च लगी पुलिस ने दिन रात एक किता, कड़ी दर कड़ी जोड़ी, कोई पहलू अते कोई सुराग नहीं छड्या। पर अहम सी एग्जीक्यूट तो एस्केप किवें होया अते इस सवाल दा जवाब भी पुलिस नु उस वेले मिलिया जदों अड़िके चढ़े मुलजमां ने एक तो बाद एक सारे राज खोले। मुलजमां ने कबूलिया कि इस वारदात की प्लानिंग 5 महीने तो चल रही सी। मनजिंदर मनी CMS कंपनी का मुलाजम होने कारण हर चीज अते पहलू तो वाकिफ सी। उसनू पता सी इत्थे कैश किस हालत च रखा जाता है, कंपनी च सुरक्षा के लिहाज नाल किहड़े लूप होल है। जनवरी महीने तो लुधियाना हाइस की प्लानिंग शुरू हुई अते मनदीप कौर नाल मिलके पूरी साजिश रची गई। ਇਹਨਾਂ ਨੇ ਜਿਹੜੀ ਲੜਕੀ ਮਨਦੀਪ ਕੌਰ ਹੈ, ਜਿਹੜੀ ਉਹਨੇ ਸਭ ਤੋਂ ਪਹਿਲਾਂ ਮਨਜਿੰਦਰ ਮਣੀ ਦੇ ਨਾਲ ਪਲਾਨ ਕੀਤੀ। ਇਹਨੂੰ ਮਨਜਿੰਦਰ ਮਣੀ ਨੂੰ ਇਹ ਰਾਹ ਦਿਖਾਇਆ ਕਿ ਇਸ ਢੰਗ ਨਾਲ ਇੰਨੇ ਪੈਸੇ ਆ, ਤੁਸੀਂ ਕਰ ਸਕਦੇ ਹੋ। ਫਿਰ ਇਹਨਾਂ ਨੇ ਪਲਾਨ ਕੀਤੀ। ਕੁਝ ਮਹੀਨਿਆਂ ਤੋਂ ਇਹ ਪਲਾਨ ਨੂੰ ਵਰਕਆਊਟ ਕਰਦੇ ਆ ਰਹੇ ਸੀ। ਜਦੋਂ ਉਸ ਗੱਲ ਦਾ ਉਹਨੂੰ ਕਲੀਅਰ ਹੋ ਗਿਆ ਸਾਰਾ ਕਿ ਇਹ ਕੰਪਨੀ ਦੇ ਵਿੱਚ ਬਿਲਕੁਲ ਜਿਹੜੇ ਨਾਮ ਮਾਲੂਮ ਜਿਹੜੇ ਹੈ ਸੁਰੱਖਿਆ ਇੰਤਜ਼ਾਮ ਹੈ, ਜਿਹੜਾ ਕਿਉਂਕਿ 4 ਸਾਲ ਤੋਂ ਜਿਹੜਾ ਉਹਦੇ ਚੋਂ ਕੈਸ਼ ਲੋਡ ਕਰਦਾ ਆ ਰਿਹਾ ਸੀਗਾ ਕੰਪਨੀ ਦਾ, ਉਹਨੂੰ ਪਤਾ ਸੀ। ਫਿਰ ਇਹਨਾਂ ਨੇ ਤਾਂ ਪਲਾਨਿੰਗ ਤਿਆਰ ਸੀ, ਪਰ ਹੁਣ ਵਾਰਦਾਤ ਨੂੰ ਅੰਜਾਮ ਕਿਵੇਂ ਦੇਣਾ ਸੀ। ਇਸ ਲਈ 2 ਮੋਡਿਊਲ ਬਣਾਏ ਗਏ। ਇੱਕ ਮੋਡਿਊਲ 'ਚ ਮਨਜਿੰਦਰ ਮਣੀ ਅਤੇ 2 ਬਾਈਕ ਤੇ ਕੁੱਲ 5 ਲੋਕ ਸਨ, ਜਦਕਿ ਦੂਜੇ ਮੋਡਿਊਲ 'ਚ ਕਰੂਜ਼ ਗੱਡੀ 'ਚ ਮਨਦੀਪ ਕੌਰ ਅਤੇ ਉਸ ਦੇ ਨਾਲ 4 ਲੁਟੇਰੇ ਸ਼ਾਮਿਲ ਸਨ, ਜਿਨ੍ਹਾਂ ਨੇ CMS ਕੰਪਨੀ 'ਚ ਧਾਵਾ ਬੋਲ ਦਿੱਤਾ। 2 ਮੋਡਿਊਲ ਬਣਾਏ। ਇੱਕ ਜਿਹੜਾ 2 ਮੋਟਰਸਾਈਕਲ ਤੇ ਮਨਜਿੰਦਰ ਮਣੀ ਤੇ ਉਹਦੇ ਸਾਥੀ 2 ਮੋਟਰਸਾਈਕਲਾਂ ਤੇ 5 ਜਣੇ ਹੋ ਗਏ, ਤੇ ਜਿਹੜੀ ਮਨਦੀਪ ਕੌਰ ਤੇ ਉਹਦੇ ਨਾਲ 4 ਸਾਥੀ ਹੈ। ਇੱਕ ਕਾਰ ਜਿਹੜੀ ਹੈ ਉਹਦੇ ਉਸ ਕਾਰ ਦੇ ਵਿੱਚ ਹੋ ਗਏ। ਸਵਾਲ ਸੀ ਕਿ ਆਖਿਰਕਾਰ ਸ਼ੁੱਕਰਵਾਰ ਨੂੰ ਹੀ ਲੁੱਟ ਕਿਉਂ ਕੀਤੀ ਗਈ ਅਤੇ ਇਸ ਦਾ ਜਵਾਬ ਇਹ ਹੈ ਕਿ
ਮੁਲਜ਼ਮ ਕਰਮਚਾਰੀ ਮਨਜਿੰਦਰ ਮਣੀ ਨੂੰ ਪਤਾ ਸੀ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਏਟੀਐਮ 'ਚ ਕੈਸ਼ ਨਹੀਂ ਪਾਇਆ ਜਾਂਦਾ ਅਤੇ ਸ਼ੁੱਕਰਵਾਰ ਕੈਸ਼ ਬਹੁਤ ਜ਼ਿਆਦਾ ਹੁੰਦਾ ਹੈ। ਇਸ ਲਈ ਸ਼ੁੱਕਰਵਾਰ ਦਾ ਦਿਨ ਚੁਣਿਆ ਗਿਆ। ਹਾਲਾਂਕਿ 5 ਮਹੀਨੇ ਦੀ ਪਲਾਨਿੰਗ ਇੰਨੀ ਸਖਤ ਸੀ ਕਿ ਕਿਸੇ ਵੀ ਮੁਲਜ਼ਮ ਨੇ ਮੋਬਾਈਲ ਫੋਨ ਤੱਕ ਦਾ ਇਸਤੇਮਾਲ ਨਹੀਂ ਕੀਤਾ, ਜਿਸ ਕਾਰਨ ਮੁਲਜ਼ਮਾਂ ਦੀ ਲੋਕੇਸ਼ਨ ਟ੍ਰੇਸ ਨਹੀਂ ਹੋ ਪਾਈ। ਤੇ ਪਹਿਲੇ ਜਿਹੜੇ ਮਨਦੀਪ ਕੌਰ ਸੀਗੇ ਉਸ ਨੂੰ ਸਾਫ਼ ਹਦਾਇਤਾਂ ਜਿਹੜੀਆਂ ਜਾਰੀਆਂ ਕਰ ਦਿੱਤੀਆਂ ਗਈਆਂ ਸੀ, ਅਸੀਂ ਹੁਣ ਆਪਣੇ ਕਿਸੇ ਵੀ ਕੋਲ ਜਾਂ ਕਿਸੇ ਵੀ ਤਰ੍ਹਾਂ ਦਾ ਫੋਨ ਜਾਂ ਕਿਸੇ ਤਰ੍ਹਾਂ ਦਾ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ। ਤੁਹਾਨੂੰ ਦੱਸ ਦਿੰਦੇ ਕਿ ਸਭ ਦੇ ਪਲਾਨ ਸੀਗੇ, ਘੁੰਮਣ ਫਿਰਨ ਦੇ ਸਭ ਦੇ ਪਲਾਨ ਸੀਗੇ ਤੇ ਮੰਨਤਾ ਸਭ ਨੇ ਮੰਗੀਆਂ ਹੋਇਆ ਸੀ ਕਿ ਜਦ ਇਹ ਅਸੀਂ ਲੁੱਟ ਚੰਗੀ ਤਰ੍ਹਾਂ ਵਾਰਦਾਤ ਨੂੰ ਅੰਜਾਮ ਦੇ ਦਾਂਗੇ ਉਸ ਤੋਂ ਬਾਅਦ ਕੋਈ ਜਿਹੜਾ ਕੇਦਾਰਨਾਥ ਜਾਵੇਗਾ ਮੱਥਾ ਟੇਕਣ, ਕੋਈ ਹਰਿਦੁਆਰ ਜਾਵੇਗਾ, ਕੋਈ ਕਿਤੇ ਨਾ ਕਿਤੇ ਹੇਮਕੁੰਟ ਸਾਹਿਬ ਜਾਵੇਗਾ। ਹਾਲਾਂਕਿ ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੂਰੇ ਤਰੀਕੇ ਨਾਲ ਟ੍ਰੈਪ ਲਾਇਆ। ਪੁਲਿਸ ਨੂੰ ਸੂਚਨਾ ਸੀ ਕਿ ਪਿੰਡ ਪੰਡੋਰੀ ਨਾਲ ਕਰੀਬ 5 ਕਿਲੋਮੀਟਰ ਦੂਰੀ ਤੇ ਲੁਟੇਰਿਆਂ ਦੀ ਮੂਵਮੈਂਟ ਦੇਖੀ ਗਈ, ਜਿਸ ਤੋਂ ਬਾਅਦ ਤੈਸ਼ਚਾਈ ਪੁਲਿਸ ਨੇ ਉਸ ਇਲਾਕੇ ਦੇ ਇੱਕ ਪਿੰਡ ਨਜ਼ਦੀਕ ਟ੍ਰੈਪ ਲਾਇਆ। ਪੁਲਿਸ ਨੂੰ ਨਜ਼ਰ ਆਇਆ ਕਿ 3 ਨੌਜਵਾਨ ਪਿੰਡ ਦੇ ਖੇਤਾਂ ਦੀਆਂ ਝਾੜੀਆਂ 'ਚ ਲੁਕ ਕੇ ਬੈਠੇ ਸਨ। ਪੁਲਿਸ ਨੇ ਜਦੋਂ ਸਖਤੀ ਨਾਲ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਤਾਂ ਸਾਰੀ ਅਸਲੀਅਤ ਉਗਲੀ ਗਈ ਅਤੇ ਉਹਨਾਂ ਦੀ ਨਿਸ਼ਾਨਦੇਹੀ ਤੇ ਕਈ ਰਾਜ਼ ਖੁੱਲੇ। ਸੋ ਲੁੱਟ ਜਿਹੜੀ ਹੈ ਲੁਟੇਰਿਆਂ ਵੱਲੋਂ ਕਰ ਦਿੱਤੀ ਜਾਂਦੀ ਹੈਗੀ ਆ 8 ਕਰੋੜ 49 ਲੱਖ ਦੇ। ਹੁਣ ਉਸ ਤੋਂ ਅੱਗੇ ਉਹਨਾਂ ਦਾ ਕੀ ਪਲਾਨ ਸੀਗਾ ਤੁਹਾਨੂੰ ਉਹ ਦੱਸਦੇ ਹਾਂ। ਪਿੰਡ ਪੰਡੋਰੀ ਤੇ ਜਾ ਕੇ ਜਿਹੜੀ ਕੈਸ਼ ਵੈਨ ਉਹਨਾਂ ਨੇ ਲੁੱਟੀ ਸੀਗੀ ਉਹ ਉੱਥੇ ਜਿਹੜੀ ਛੱਡ ਕੇ ਫਰਾਰ ਹੋ ਜਾਂਦੇ ਆ। ਸਵਿਫਟ ਗੱਡੀ ਦੇ ਵਿੱਚ ਤੇ 2 ਮੋਟਰਸਾਈਕਲ ਦੇ ਵਿੱਚ ਜਿਹੜੇ ਆ ਸਵਾਰ ਹੋ ਕੇ ਲੁਟੇਰੇ ਸੀਗੇ ਅੱਗੇ ਚੱਲ ਜਾਂਦੇ ਹੈਗੇ। ਇਸ ਤੋਂ ਬਾਅਦ ਉਹਨੇ ਇੱਕ ਜਗ੍ਹਾ ਸੋਚੀ ਹੋਈ ਸੀ ਜਿੱਥੇ ਅੱਗੇ ਰੁਕਣਾ ਸੀਗਾ ਤੇ ਸਾਰਾ ਪੈਸਾ ਜਿਹੜਾ ਆਪਸ ਤੇ ਵੰਡਣਾ ਸੀਗਾ। ਪਰ ਅਜੇ ਵੀ ਕਈ ਮੁਲਜ਼ਮ ਫਰਾਰ ਸਨ, ਜਿਨ੍ਹਾਂ ਦੀ ਭਾਲ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਪੰਜਾਬ, ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਸਣੇ ਕਈ ਥਾਵਾਂ ਤੇ ਦਬਿਸ਼ ਦਿੱਤੀ। ਪੁਲਿਸ ਨੂੰ ਮੁਲਜ਼ਮਾਂ ਦੇ ਦੱਖਣ ਭਾਰਤ ਵੱਲ ਫਰਾਰ ਹੋਣ ਦੀ ਵੀ ਇਨਪੁਟ ਮਿਲੀ ਸੀ ਤਾਂ ਐਗਜ਼ੀਕਿਊਟ ਤੋਂ ਐਸਕੇਪ ਪਲਾਨ ਤਾਂ ਪੁਲਿਸ ਨੂੰ ਸਾਫ਼ ਹੋ ਗਿਆ ਸੀ, ਪਰ ਡਾਕੂ ਹਸੀਨਾ ਅਜੇ ਵੀ ਪੁਲਿਸ ਦੀ ਗਿਰਫਤ ਤੋਂ ਬਾਹਰ ਸੀ। ਪਰ ਪੁਲਿਸ ਨੂੰ ਇਹ ਕਾਮਯਾਬੀ ਵੀ ਜਲਦੀ ਹੀ ਹੱਥ ਲੱਗੀ। ਤਾਂ ਐਗਜ਼ੀਕਿਊਟ ਤੋਂ ਐਸਕੇਪ ਤੱਕ ਪੂਰਾ ਪਲਾਨ ਤਿਆਰ ਸੀ, ਪਰ ਮਾਸਟਰਮਾਈਂਡ ਡਾਕੂ ਹਸੀਨਾ ਕਿੱਥੇ ਸੀ? ਪੁਲਿਸ ਨੇ ਥਾਂ-ਥਾਂ ਦਬਿਸ਼ ਕੀਤੀ ਤੇ ਮੋਨਾ ਉਰਫ ਮਨਦੀਪ ਕੌਰ ਮੇਨ ਸਾਜ਼ਿਸ਼ਕਾਰ ਮਿਲੀ ਤੇ ਕਿੱਥੋਂ? ਉਹ ਵੀ ਉੱਤਰਾਖੰਡ ਤੋਂ, ਜਿੱਥੇ ਕਾਊਂਟਰ ਇੰਟੈਲੀਜੈਂਸ ਨੇ ਉਸ ਨੂੰ ਉਸਦੇ ਪਤੀ ਦੇ ਨਾਲ ਗ੍ਰਿਫਤਾਰ ਕੀਤਾ। ਲੁਧਿਆਣੇ ਜੁਰਮ ਕਰਾਂਗੇ, ਸਾਡੀ ਤੁਹਾਡੇ ਤੇ ਨਿਗਾਹ, ਜਿੱਥੇ ਮਰਜ਼ੀ ਭਰਜ ਲਿਓ, ਖੁੱਡਾਂ 'ਚ ਪਾਣੀ ਪਾ ਕੇ ਚੂਹਿਆਂ ਵਾਂਗੂ ਕੱਢਣ ਦੀ ਸਾਨੂੰ ਆਵਾਜ਼ ਤਰੀਕਾ ਆਉਂਦਾ। ਅਸੀਂ ਬਹੁਤ ਸਾਰੇ ਕੇਸ ਐਵੇਂ ਹੱਲ ਕੀਤੇ ਆ, ਐਵੇਂ ਹੀ ਇਹਨਾਂ ਨੂੰ ਫੜ ਕੇ ਲਿਆਂਦਾ ਤੇ ਜਿਹੜੇ ਬਾਕੀ ਰਹਿੰਦੇ ਆ ਉਹ ਵੀ ਜਿੱਥੇ ਮਰਜ਼ੀ ਭੱਜ ਲੈਣ, ਉਹਨਾਂ ਨੂੰ ਵੀ ਫੜ ਕੇ ਲਿਆ ਕੇ ਇੱਥੇ ਪੇਸ਼ ਕਰਾਂਗੇ। ਇਹ ਚੁਣੌਤੀ ਜਾਂ ਚੈਲੰਜ ਸੀ ਉਹ ਵੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਾ। ਲੁਧਿਆਣਾ ਡਕੈਤੀ ਦੀ ਮਾਸਟਰਮਾਈਂਡ ਮਨਦੀਪ ਕੌਰ ਉਰਫ ਡਾਕੂ ਹਸੀਨਾ ਨੂੰ, ਜੋ ਕਿ ਸੀਪੀ ਸਾਹਿਬ ਨੇ ਪੂਰਾ ਵੀ ਕਰਕੇ ਵਿਖਾਇਆ। 8 ਕਰੋੜ ਤੋਂ ਵੱਧ ਦੀ ਚੋਰੀ ਅਤੇ ਮਾਸਟਰਮਾਈਂਡ ਹੁਣ ਗ੍ਰਿਫਤਾਰ। ਲੁਧਿਆਣਾ ਬਹੁਤ ਚਰਚਿਤ ਲੁੱਟਕਾਂਡ ਦੀ ਫਾਈਲਸ ਹੁਣ ਲਗਭਗ ਕਲੋਜ਼ਡ ਹੈ। ਲੁੱਟਕਾਂਡ ਤੋਂ ਬਾਅਦ ਤੋਂ ਹੀ ਤੈਸ਼ਚਾਈ ਲੁਧਿਆਣਾ ਪੁਲਿਸ ਨੇ ਵੱਖ-ਵੱਖ ਥਾਵਾਂ ਉੱਤੇ ਦਬਿਸ਼ ਦਿੱਤੀ, ਛਾਪੇਮਾਰੀ ਵੀ ਹੋਈ ਅਤੇ ਹਫ਼ਤੇ ਦੇ ਅੰਦਰ ਇਸੇ ਤਹਿਤ ਲੁਧਿਆਣਾ ਕਾਊਂਟਰ ਇੰਟੈਲੀਜੈਂਸ ਉੱਤਰਾਖੰਡ ਵੀ ਪਹੁੰਚੀ, ਜਿੱਥੇ ਟ੍ਰੈਪ ਲਾ ਕੇ ਡਾਕੂ ਹਸੀਨਾ ਅਤੇ ਉਸਦੇ ਪਤੀ ਜਸਵਿੰਦਰ ਜੱਸਾ ਨੂੰ ਉੱਤਰਾਖੰਡ ਤੋਂ ਗ੍ਰਿਫਤਾਰ ਕੀਤਾ ਗਿਆ। ਹਜੇ ਜਿਹੜੀ ਹੁਣ ਤੱਕ ਦੀ ਪੁੱਛਗਿੱਛ ਦੋਸ਼ੀ ਵੱਧ ਸਕਦਾ ਕੋਈ ਨਾ ਕੋਈ। ਹਜੇ ਜਿਹੜੀ ਆ 3 ਦੋਸ਼ੀ ਆ ਜਿਹੜੇ ਅਰੁਣ ਉਰਫ ਕੋਚ, ਨੰਨੀ ਤੇ ਗੋਪਾ, ਜਿਹੜੇ ਇਹ 3 ਕੋਚ ਆ। ਇਹਨਾਂ ਦੇ ਡਿਟੇਲ ਐਡਰੈਸ ਅਜੇ ਨਹੀਂ ਤੁਹਾਡੇ ਨਾਲ ਸ਼ੇਅਰ ਕਰਨੇ ਤੇ ਕਿਉਂਕਿ ਉਹਦੇ ਨਾਲ ਇਹ ਤਿੰਨੇ ਹਜੇ ਬਾਕੀ ਆ ਜਿਹੜੇ ਕਿ ਐਕਟਿਵਲੀ ਇਨਵੋਲਵ ਸੀ ਇਸ ਇਨਸੀਡੈਂਟ। ਨਹੀਂ 10 ਜਣੇ ਸੀ, ਇੱਕ ਜਣਾ ਦਾ ਸਪੋਰਟ ਹੋ ਗਿਆ ਜਿਹਨੂੰ ਆ ਕੇ ਬਾਅਦ ਚ ਚੱਕਣ ਦੇ ਵਿੱਚ ਇਹਨਾਂ ਨੂੰ ਲਿਜਾਣ ਦੇ ਵਿੱਚ ਕੈਸ਼ ਤੇ ਕੀਤੀ। ਇੱਕ ਲੜਕੀ ਦਾ ਭਰਾ ਹੋ ਗਿਆ, 12 ਹੋ ਗਏ, ਅਦਰਵਾਈਜ਼ 10 ਹੀ ਬੰਦੇ ਸੀ। ਕਾਊਂਟਰ ਇੰਟੈਲੀਜੈਂਸ ਅਤੇ ਉੱਤਰਾਖੰਡ ਪੁਲਿਸ ਨੇ ਸਾਂਝੇ ਆਪਰੇਸ਼ਨ ਤਹਿਤ ਅਜਿਹਾ ਟ੍ਰੈਪ ਲਾਇਆ ਕਿ ਪੁਲਿਸ ਦੇ ਮਕੜ ਜਾਲ ਤੋਂ ਇਸ ਵਾਰ ਮੋਨਾ ਬਚ ਨਹੀਂ ਸਕੀ। ਹਾਲਾਂਕਿ ਉਸ ਟ੍ਰੈਪ ਬਾਰੇ ਵੀ ਪੂਰੇ ਵਿਸਥਾਰ ਨਾਲ ਦੱਸਾਂਗੇ, ਪਰ ਉਸ ਤੋਂ ਪਹਿਲਾਂ ਸਵਾਲ ਇਹ ਕਿ ਆਖਿਰਕਾਰ ਮੋਨਾ ਉੱਤਰਾਖੰਡ ਕੀ ਕਰਨ ਗਈ ਸੀ। ਉਸ ਦਾ ਖੁਲਾਸਾ ਵੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਿਸ ਨੇ ਕੀਤਾ, ਜਿਸ ਨੇ ਦੱਸਿਆ ਕਿ
ਮੁਲਜ਼ਮ ਮੋਨਾ ਤੇ ਉਸਦਾ ਪਤੀ ਨੇਪਾਲ ਭੱਜਣ ਦੀ ਫਿਰਾਕ 'ਚ ਸੀ। ਮੋਨਾ ਤੇ ਉਸਦੇ ਪਤੀ ਵੱਲੋਂ ਹੁਲੀਆ ਬਦਲਣ ਦੀ ਵੀ ਕੋਸ਼ਿਸ਼ ਕੀਤੀ ਗਈ। ਮੋਨਾ ਤੇ ਉਸਦਾ ਪਤੀ ਲੁੱਟ ਸਫਲ ਹੋਣ ਲਈ ਸੁੱਖ ਮੰਗੀ ਸੀ ਅਤੇ ਇਸ ਲਈ ਉਹ ਸੁੱਖ ਉਤਾਰਨ ਹੇਮਕੁੰਟ ਸਾਹਿਬ ਅਤੇ ਹਰਿਦੁਆਰ ਗਏ ਸਨ। ਡਾਕੂ ਮੋਨਾ ਕੋਲੋਂ ਪੁਲਿਸ ਨੇ 12 ਲੱਖ ਰੁਪਏ ਬਰਾਮਦ ਕੀਤੇ ਅਤੇ ਹੁਣ ਤੱਕ 5 ਕਰੋੜ 96 ਲੱਖ ਰੁਪਏ ਰਿਕਵਰ ਕੀਤੇ ਗਏ। ਹੁਣ ਇਹਨਾਂ ਦੇ ਵਿੱਚੋਂ ਜਿਹੜੇ ਫੜੇ ਆ, ਇਹਨਾਂ ਦੇ ਵਿੱਚੋਂ ਮਨਦੀਪ ਉਰਫ ਮੋਨਾ ਤੋਂ 12 ਲੱਖ ਰੁਪਇਆ, ਇਹ 12 ਲੱਖ ਰੁਪਏ ਇਹਦੇ ਮਦਰ ਦਾ ਸਕੂਟਰ ਹੈ ਜਿਹੜਾ ਸਕੂਟਰ ਦੇ ਵਿੱਚ ਡਿੱਕੀ ਦੇ ਵਿੱਚ ਪਿਆ ਗੁਜਰਾ ਪਿੰਡ ਦਿੜਬੇ ਤੋਂ ਅਸੀਂ ਉਹਨੂੰ ਰਿਕਵਰ ਕੀਤਾ। ਦੋਸ਼ੀ ਗੌਰਵ ਉਰਫ ਗੁਲਸ਼ਨ ਉਹਨੂੰ ਗਿੱਦੜਵਾ ਤੋਂ ਅੱਜ ਗ੍ਰਿਫਤਾਰ ਕੀਤਾ। ਉਹਦੇ ਵਿੱਚ ਉਹਨੂੰ ਅਸੀਂ ਗਿੱਦੜਵਾ ਤੋਂ ਉਹਨੂੰ ਅਰੈਸਟ ਕੀਤਾ। ਹੁਣ ਤੱਕ ਜਿਹੜਾ ਇਹਨੂੰ ਕਹਿ ਦੋ ਵੀ 5 ਕਰੋੜ 75 ਲੱਖ ਰੁਪਇਆ ਤੇ ਪਲੱਸ ਜਿਹੜਾ 21 ਲੱਖ ਰੁਪਇਆ ਜਿਹੜਾ ਇਹਨਾਂ ਤੋਂ ਹਜੇ ਆ ਕੇ ਇਹਨਾਂ ਨੂੰ ਕੋਰਟ ਦੇ ਵਿੱਚ ਹਜੇ ਪੇਸ਼ ਕਰਨਾ ਹੈ। ਅਸੀਂ ਇਹਨਾਂ ਦਾ ਲੰਮਾ ਰਿਮਾਂਡ ਲੈ ਕੇ, ਕਿਉਂਕਿ ਹਰ ਦੋਸ਼ੀ ਨੂੰ ਇਹ ਜਦੋਂ ਲੱਗਦਾ ਹੈ ਦੂਜਾ ਦੋਸ਼ੀ ਨਹੀਂ ਫੜਿਆ ਜਾਂਦਾ, ਜਿਵੇਂ ਇਹਨਾਂ ਨੇ ਜਾਣਾ ਤਾਂ ਇਹ ਸੀਗਾ ਸ਼ੁਕਰਾਨਾ ਕਰਨ ਜਿਹੜਾ ਤੇ ਮੰਗ ਕੇ ਆ ਗਏ ਮਾਫੀ। ਉਹਦੇ ਵਿੱਚ ਜਦੋਂ ਕਿ ਦੂਜੇ ਸਾਥੀ ਦਾ ਪਤਾ ਲੱਗਿਆ, ਜਦੋਂ ਇੱਕ ਦੂਜੇ ਦੇ ਸਾਥੀ ਫੜਿਆਂ ਦਾ ਇਹਨਾਂ ਦੀ ਕ੍ਰਾਸ ਕੁਐਸਚਨਿੰਗ ਦਾ ਜਦੋਂ ਆਪਸ ਵਿੱਚ ਡਿਟੇਲ ਪਤਾ ਲੱਗੂਗੀ ਫਿਰ ਅੱਗੇ ਪੜਤਾਲ ਕਰਾਂਗੇ। ਤਾਂ ਗ੍ਰਿਫਤਾਰੀ ਤਾਂ ਹੋਈ, ਉੱਤਰਾਖੰਡ ਦਾ ਮੈਟਰ ਵੀ ਸਮਝ ਆਇਆ, ਪਰ ਟ੍ਰੈਪ ਕਿਵੇਂ ਲਾਇਆ ਇਹ ਵੱਡਾ ਸਵਾਲ ਸੀ ਅਤੇ ਇਸ ਦਾ ਜਵਾਬ ਵੀ ਪੰਜਾਬ ਪੁਲਿਸ ਨੇ ਹੀ ਦਿੱਤਾ। ਦਰਅਸਲ ਪੁਲਿਸ ਨੂੰ ਭਿਣਕ ਸੀ ਕਿ ਦੋਵੇਂ ਹੇਮਕੁੰਟ ਸਾਹਿਬ ਗਏ ਨੇ ਅਤੇ ਭੀੜ ਬਹੁਤ ਜ਼ਿਆਦਾ ਸੀ। ਤਾਂ ਪੁਲਿਸ ਨੇ ਗੁਲਕੋਨ ਡੀ ਵੰਡਣ ਦੀ ਸਕੀਮ ਬਣਾਈ। ਡਾਕੂ ਹਸੀਨਾ ਤੇ ਉਸਦਾ ਪਤੀ ਗੁਲਕੋਨ ਡੀ ਦੇ ਚੱਕਰ 'ਚ ਫਸ ਗਏ। ਜਿਉਂ ਹੀ ਉਸਨੇ ਗੁਲਕੋਨ ਡੀ ਪੀਣ ਵਾਸਤੇ ਆਪਣਾ ਨਕਾਬ ਉਤਾਰਿਆ ਤਾਂ ਪੁਲਿਸ ਦੇ ਇੱਕ ਅਧਿਕਾਰੀ ਨੇ ਇਹਨਾਂ ਦੀ ਤਸਵੀਰ ਖਿੱਚ ਲਈ। ਇੱਥੋਂ ਹੀ ਇਹਨਾਂ ਦੋਵਾਂ ਦੀ ਪਛਾਣ ਹੋਈ ਤੇ ਪੁਲਿਸ ਦੀ ਟੀਮ ਇਹਨਾਂ ਦੇ ਪਿੱਛੇ ਹੋ ਤੁਰੀ ਅਤੇ ਅੱਗੇ ਜਾ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਪੁਲਿਸ ਅੜਿੱਕੇ ਖੋਰ ਮੁਲਜ਼ਮ ਇਸੇ ਦਰਮਿਆਨ ਗਿੱਦੜਬਾਹਾ ਤੋਂ ਚੜਿਆ, ਪਰ 3 ਮੁਲਜ਼ਮ ਅਜੇ ਵੀ ਫਰਾਰ ਹੈ। ਪਰ ਬਹਰਾਲ ਮੇਨ ਮਾਸਟਰਮਾਈਂਡ ਮੋਨਾ ਉਰਫ ਡਾਕੂ ਹਸੀਨਾ गिरफ्तार है। ਤੇ ਆਖਰਕਾਰ ਇਹ ਡਾਕੂ ਹਸੀਨਾ ਹੈ ਕੌਣ, ਇਸ ਦਾ ਬੈਕਗ੍ਰਾਉਂਡ ਤੇ ਹਿਸਟਰੀ ਕੀ ਹੈ, ਇਸ ਬਾਰੇ ਜਦੋਂ ਤਫਸੀਲ ਦੇ ਨਾਲ ਤੱਥ ਸਾਹਮਣੇ ਆਏ ਤਾਂ ਅਸੀਂ ਵੀ ਹੈਰਾਨ ਰਹਿ ਗਏ। कौन है मनदीप कौर उर्फ डाकू हसीना? डाकू हसीना ने क्यों कीते 3 ਵਿਆਹ? किवें घर दी गरीबी ने पाया गलत राह? ਇਹ सवाल हुण उस इंसान दे जहन च उठ रहे हैं जो लुधियाना लुटकांड दी पूरी वारदात सुन के हैरान रह गए कि किवें एक भोली भाली दिखण वाली महिला ने करोड़ां रुपए दी लुट नूं अंजाम दिता। तत्थ खंगाले जान लगे कि जेकर कोई अपराधिक रिकॉर्ड तां नहीं तां इन्नी वड्डी लुट दी साजिश करन दे कारण की सन। अते सामने आया कि घर दी गरीबी अते लंबे समय तो कमजोर आर्थिक स्थिति दे चलदियां डाकू हसीना ने पूरा मनी ट्रैप विछाया। अते जांच दौरान सामने आया कि अक्सर ही डाकू हसीना विआस ते पैसे चुकदी सी अते वापस मोड़न दी वारी लैंदार उसदे घर दे चक्कर लाउंदे सन। ਜਾਂਚ ਸਾਹਮਣੇ ਆਇਆ ਮਨਦੀਪ ਕੌਰ ਕਿਸ਼ਤਾਂ ਤੇ ਸਮਾਨ ਲੈਂਦੀ ਸੀ। 1-2 ਕਿਸ਼ਤਾਂ ਤੋਂ ਬਾਅਦ ਉਹ ਪੈਸੇ ਵਾਪਸ ਨਹੀਂ ਮੋੜਦੀ। ਬੈਂਕ ਤੇ ਦੁਕਾਨਦਾਰਾਂ ਨਾਲ ਅਕਸਰ ਉਹਨਾਂ ਦਾ ਵਿਵਾਦ ਰਹਿੰਦਾ। ਦੁਕਾਨਦਾਰ ਕਈ ਵਾਰ ਘਰ ਦਾ ਸਮਾਨ ਵੀ ਚੁੱਕ ਕੇ ਲੈ ਗਏ। ਮਨਦੀਪ ਕੌਰ ਬੇਹੱਦ ਹੀ ਗਰੀਬ ਪਰਿਵਾਰ ਤੋਂ ਸੀ ਅਤੇ ਅਮੀਰ ਬਣਨ ਦੀ ਚਾਹ 'ਚ ਉਸਨੇ 3 ਵਿਆਹ ਕੀਤੇ। ਪਿੰਡ ਵਾਸੀਆਂ ਮੁਤਾਬਿਕ ਮਨਦੀਪ ਨੇ 3 ਵਿਆਹ ਜਲਦੀ ਅਮੀਰ ਬਣਨ ਦੇ ਲਾਲਚ ਕੀਤੇ। ਮੋਨਾ ਦੇ ਹਨੀ ਟ੍ਰੈਪ ਦਾ कई मुंडे भी शिकार हो चुके ने। मास्टरमाइंड मनदीप कौर अते जसविंदर सिंह एक दूजे नाल इंस्टाग्राम ते मिले अते चैटिंग तो शुरुआत हुई, बाद च मुलाकात च बदल गई अते करीब 2.5 महीने अफेयर चलन तो बाद मनदीप कौर ने जसविंदर सिंह नाल 16 फरवरी 2023 ਨੂੰ ਵਿਆਹ ਕਰ ਲਿਆ ਅਤੇ ਦੋਵੇਂ ਹੀ ਜਲਦੀ ਅਮੀਰ ਬਣਨ ਦੀ ਚਾਹ ਇਸ ਕਦਰ ਅੰਨੇ ਹੋ ਗਏ ਕਿ ਖੁਦ ਹੀ ਜੇਲ੍ਹ 'ਚ ਸਜ਼ਾ ਕੱਟਣ ਦੀ ਪਲੈਨਿੰਗ ਕਰ ਲਈ। ਜੇਕਰ ਮਨਦੀਪ ਕੌਰ उर्फ डाकू हसीना दे पूरे बैकग्राउंड ते नजर मारिए तो 2 ਭਰਾਵਾਂ ਦੀ ਭੈਣ ਹੈ ਅਤੇ ਉਸਦੇ ਭਰਾਵਾਂ ਦੀ ਆਰਥਿਕ ਸਥਿਤੀ ਵੀ ਕੁਝ ਚੰਗੀ ਨਹੀਂ ਹੈ।
ਇੱਕ ਭਰਾ ਕਾਕਾ ਦਿਹਾੜੀਦਾਰ ਹੈ। ਕਾਕਾ ਅਕਸਰ ਹੀ ਮੋਨਾ ਦਾ ਵਿਰੋਧ ਕਰਦਾ ਸੀ। ਮੋਨਾ ਦੀ ਹਰਕਤਾਂ ਤੋਂ ਕਾਕਾ ਅਕਸਰ ਹੀ ਪਰੇਸ਼ਾਨ ਰਹਿੰਦਾ ਸੀ, ਜਦਕਿ ਦੂਜਾ ਭਰਾ ਹਰਪ੍ਰੀਤ ਸਿੰਘ ਮੋਨਾ ਨਾਲ ਲੁੱਟ ਦੀ ਵਾਰਦਾਤ 'ਚ ਸ਼ਾਮਿਲ ਸੀ। ਲੁੱਟ ਤੋਂ ਬਾਅਦ ਉਸਨੇ ਸੋਸ਼ਲ ਮੀਡੀਆ ਤੇ ਨੋਟਾਂ ਨਾਲ ਇੱਕ ਰੀਲ ਵੀ ਪਾਈ। ਰੀਲ ਕਾਰਨ ਲਈ ਪੁਲਿਸ ਨੂੰ ਹਰਪ੍ਰੀਤ ਤੇ ਸ਼ੱਕ ਹੋਇਆ ਅਤੇ ਪੁਲਿਸ ਨੇ ਸੋਸ਼ਲ ਮੀਡੀਆ ਦੀ ਮਦਦ ਨਾਲ ਹਰਪ੍ਰੀਤ ਨੂੰ ਕਾਬੂ ਕੀਤਾ। ਸਿਆਣੇ ਕਹਿੰਦੇ ਨੇ, ਅਪਰਾਧੀ ਜਿੰਨਾ ਮਰਜ਼ੀ ਸ਼ਾਤਿਰ ਹੋਵੇ, ਕੋਈ ਨਾ ਕੋਈ ਸੁਰਾਗ ਜ਼ਰੂਰ ਛੱਡਦਾ ਹੈ। ਇਹੀ ਗਲਤੀ ਇਹਨਾਂ ਸ਼ਾਤਰਾਂ ਤੋਂ ਹੋਈ ਅਤੇ ਹੁਣ ਮੋਨਾ ਨੂੰ ਲੱਗਿਆ ਕਿ ਕਰੋੜਾਂ ਦੀ ਲੁੱਟ ਤੋਂ ਬਾਅਦ ਉਹ ਫੜੀ ਨਹੀਂ ਜਾਵੇਗੀ, ਪਰ ਉਸ ਨੂੰ ਨਹੀਂ ਪਤਾ ਸੀ ਕਿ ਉਹ ਬੀਤੇ 5 ਮਹੀਨੇ ਤੋਂ ਚੋਰੀ ਦੀ ਨਹੀਂ, ਆਪਣੀ ਜੇਲ੍ਹ ਜਾਣ ਦੀ ਕਹਾਣੀ ਰਚ ਰਹੀ ਸੀ। ਬਿਊਰੋ ਰਿਪੋਰਟ, ਜ਼ੀ ਮੀਡੀਆ। ਤੇ ਸੀ ਲੁਧਿਆਣਾ ਹਾਸਟ ਦੀ ਪੂਰੀ ਕਹਾਣੀ, ਪਲਾਨ ਬਣਾਉਣ ਤੋਂ ਲੈ ਕੇ ਐਗਜ਼ੀਕਿਊਸ਼ਨ, ਐਸਕੇਪ ਤੇ ਗ੍ਰਿਫਤਾਰੀ ਤੱਕ ਦੀ ਪੂਰੀ ਕਹਾਣੀ। ਇਸ ਪਲ ਪਲ ਦੀ ਜਾਣਕਾਰੀ ਇਸ ਖਬਰ ਤੇ ਤੁਹਾਨੂੰ ਦਿੰਦੇ ਰਵਾਂਗੇ। ਫਿਲਹਾਲ ਦੇ ਲਈ ਦਿਓ ਸ਼ੁਕਰੀਆ।